सत श्री अकाल प्यारे बच्चों, मैं उषा रानी साइंस मिस्ट्रेस सरकारी सीनियर सैकेंडरी स्मार्ट स्कूल माड़ी बुच्चियां ब्लॉक श्री हरगोबिंदपुर ਜ਼ਿਲ੍ਹਾ ਗੁਰਦਾਸਪੁਰ ਤੋਂ ਹਾਂ। ਬੇਟਾ ਅੱਜ ਮੈਂ ਤੁਹਾਡੇ ਨਾਲ ਸਾਇੰਸ ਵਿਸ਼ੇ ਦਾ ਜਮਾਤ 8ਵੀਂ ਦਾ ਪਾਠ 11 ਬਲ ਅਤੇ ਦਾਬ ਫੋਰਸ ਐਂਡ ਪ੍ਰੈਸ਼ਰ ਨੂੰ ਡਿਸਕਸ ਕਰਾਂਗੇ। ਇਸ ਵਿੱਚ ਅਸੀਂ ਪੜਾਂਗੇ ਬਲ ਦੀਆਂ ਕਿਸਮਾਂ ਮੀਨ ਫੋਰਸ and types of force, pressure and atmospheric pressure, ਦਾਬ ਅਤੇ ਵਾਯੂਮੰਡਲੀ ਦਾਬ ਬਾਰੇ ਪੜਾਂਗੇ। ਬਲ ਕੀ ਹੈ ਬੇਟਾ? ਧੱਕਣਾ ਜਾਂ ਖਿੱਚਣਾ ਨੂੰ ਅਸੀਂ ਬਲ ਕਹਿੰਦੇ ਹਾਂ। A force is a push or pull। ਪੁਸ਼ ਕਰਨ 'ਤੇ ਬੇਟਾ ਚੀਜ਼ ਸਾਡੇ ਤੋਂ ਦੂਰ ਜਾਂਦੀ ਹੈ ਅਤੇ ਪੁੱਲ ਕਰਨ 'ਤੇ ਚੀਜ਼ ਸਾਡੇ ਵੱਲ ਨੂੰ ਆਉਂਦੀ ਹੈ। ਦੋਨੋਂ ਹੀ ਅਵਸਥਾਵਾਂ ਪੁਸ਼ ਅਤੇ ਪੁੱਲ ਕਰਨ 'ਤੇ ਕਿਸੇ ਵਸਤੂ ਨੂੰ ਗਤੀ ਵਿੱਚ ਲਿਆਂਦਾ ਜਾਂਦਾ ਹੈ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ, ਨੀਚੇ ਇੱਕ ਅਲਮੀਰਾ ਨੂੰ ਦੋ ਆਦਮੀ, ਇੱਕ ਪੁਸ਼ ਕਰ ਰਿਹਾ ਹੈ ਅਤੇ ਦੂਸਰਾ ਪੁੱਲ ਕਰ ਰਿਹਾ ਹੈ ਅਤੇ ਪੁਸ਼ ਅਤੇ ਪੁੱਲ ਇੱਕ ਬਲ ਲੱਗ ਰਿਹਾ ਹੈ ਜੋ ਅਲਮੀਰਾ ਨੂੰ ਵਿਰਾਮ ਅਵਸਥਾ ਤੋਂ ਗਤੀ ਵਿੱਚ ਲਿਆਉਂਦਾ ਹੈ। ਅਸੀਂ ਕਹਿ ਸਕਦੇ ਹਾਂ ਕਿ ਕਿਸੇ ਵਸਤੂ ਨੂੰ ਗਤੀ ਵਿੱਚ ਲਿਆਉਣ ਦੇ ਲਈ ਉਸ ਉੱਤੇ ਬਲ ਲਾਉਣਾ ਪੈਂਦਾ ਹੈ। ਹੁਣ ਅਸੀਂ ਗੱਲ ਕਰਾਂਗੇ ਕਿ ਬਲ ਕਿਵੇਂ ਲੱਗਦਾ ਹੈ। ਬੇਟਾ ਬਲ ਲੱਗਣ ਲਈ ਘੱਟੋ ਘੱਟ ਦੋ ਵਸਤੂਆਂ ਵਿੱਚ ਪਰਸਪਰ ਕਿਰਿਆ ਦਾ ਹੋਣਾ ਜ਼ਰੂਰੀ ਹੈ। ਮੀਨਸ ਫੋਰਸਿਸ ਆਰ ਡਿਊ ਟੂ ਇੰਟਰੈਕਸ਼ਨ ਬਿਟਵੀਨ ਟੂ ਡਿਫਰੈਂਟ ਆਬਜੈਕਟ। ਜਦੋਂ ਅਸੀਂ ਬਲ ਦੀ ਗੱਲ ਕਰਦੇ ਹਾਂ ਬੇਟਾ, ਤੇ ਉਸ ਦੀ ਦਿਸ਼ਾ ਦਾ ਵਰਣਨ ਕਰਨਾ ਬਹੁਤ ਜ਼ਰੂਰੀ ਹੈ, ਜਿਸ ਵਿੱਚ ਬਲ ਕਾਰਜ ਕਰਦਾ ਹੈ, ਭਾਵ ਕੰਮ ਕਰਦਾ ਹੈ। ਤੁਸੀਂ ਦੇਖ ਸਕਦੇ ਹੋ ਬੇਟਾ, ਪਹਿਲੀ ਪਿਕਚਰ ਵਿੱਚ ਦੋ ਆਦਮੀ ਇੱਕ ਬਕਸੇ 'ਤੇ ਬਲ ਲਗਾ ਰਹੇ ਹਨ ਅਤੇ ਦੋਨਾਂ ਦੀ ਦਿਸ਼ਾ ਇੱਕ ਹੈ। ਇੱਕੋ ਹੀ ਦਿਸ਼ਾ ਵਿੱਚ ਦੋਨੋਂ ਬਲ ਲਗਾ ਰਹੇ ਹਨ। ਤਾਂ ਇਸ ਕੇਸ ਵਿੱਚ ਬੇਟਾ ਦੋਨਾਂ ਦਾ ਬਲ ਜੁੜ ਕੇ ਉਸ ਬਕਸੇ ਨੂੰ ਧੱਕੇਗਾ ਅਤੇ ਜਿਹੜਾ ਕਾਰਜ ਹੋਏਗਾ। ਇੱਕ ਵਿਅਕਤੀ 200 ਨਿਊਟਨ ਅਤੇ ਦੂਸਰਾ 100 ਨਿਊਟਨ ਬਲ ਲਗਾ ਰਿਹਾ ਹੈ ਅਤੇ ਕੁੱਲ ਬਲ ਜਿਹੜਾ ਹੈ ਬੇਟਾ 300 ਨਿਊਟਨ ਲੱਗ ਕੇ ਉਸ ਕਾਰਜ ਨੂੰ ਕਰੇਗਾ। ਜਦੋਂ ਬੇਟਾ ਬਲ ਉਲਟ ਦਿਸ਼ਾ ਵਿੱਚ ਲੱਗਦੇ ਹਨ, ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਦੋ ਪੱਪੀਜ਼ ਜਿਹੜੇ ਆ ਬੇਟਾ ਉਹ ਬਲ ਲਗਾ ਰਹੇ ਹਨ ਬਟ ਉਲਟ ਦਿਸ਼ਾ ਵਿੱਚ ਲਗਾ ਰਹੇ ਹਨ, ਤਾਂ ਉਸ ਵੇਲੇ ਬੇਟਾ ਜਿਹੜਾ ਬਲ ਦਾ ਕੁੱਲ ਜੋੜ ਹੋਏਗਾ ਉਹ ਦੋਨਾਂ ਬਲਾਂ ਦੇ ਅੰਤਰ ਦੇ ਬਰਾਬਰ ਹੋਏਗਾ। ਤੁਸੀਂ ਦੇਖ ਸਕਦੇ ਹੋ, ਇੱਕ 10 ਨਿਊਟਨ ਬਲ ਲਗਾ ਰਿਹਾ ਹੈ, ਇੱਕ 12 ਨਿਊਟਨ, ਅਤੇ ਬੇਟਾ ਜਿਹੜਾ ਕੁੱਲ ਬਲ ਲੱਗੇਗਾ ਉਹ 2 ਨਿਊਟਨ ਲੱਗੇਗਾ ਅਤੇ ਜਿਹੜਾ ਜ਼ਿਆਦਾ ਬਲ ਲਗਾ ਰਿਹਾ ਹੈ ਉਸ ਵੱਲ ਕਾਰਜ ਹੋਏਗਾ। ਮੀਨ ਉਹ ਜਿਹੜਾ ਹੈ ਇਸ ਮੁਕਾਬਲੇ ਵਿੱਚ ਜਿੱਤੇਗਾ। ਜਿੱਦਾਂ ਤੁਸੀਂ ਦੇਖਦੇ ਹੋ ਰੱਸਾ ਕੱਸੀ ਮੁਕਾਬਲੇ ਵਿੱਚ ਬੇਟਾ ਜਿਸ ਟੀਮ ਵਿੱਚ ਜ਼ਿਆਦਾ ਬਲ ਲੱਗਦੀ ਹੈ, ਜੋ ਜ਼ਿਆਦਾ ਬਲ ਲਗਾਉਂਦੀ ਹੈ, ਉਸ ਨੂੰ ਅਸੀਂ ਵਿਜੇਤਾ ਘੋਸ਼ਿਤ ਕਰਦੇ ਹਾਂ। ਤੀਸਰੇ ਕੇਸ ਵਿੱਚ ਬੇਟਾ ਦੇਖੋ, ਬਲ ਇਸ ਵਿੱਚ ਵੀ ਉਲਟ ਦਿਸ਼ਾ ਵਿੱਚ ਲੱਗ ਰਿਹਾ ਹੈ ਪਰ ਬਰਾਬਰ ਲੱਗ ਰਿਹਾ ਹੈ। ਦੋਨੋਂ ਹਾਥੀ ਇੱਕ ਵੁਡਨ ਬਲੌਕ ਨੂੰ ਖਿੱਚ ਰਹੇ ਹਨ। ਇੱਕ ਹਾਥੀ 200 ਨਿਊਟਨ ਅਤੇ ਦੂਸਰਾ ਹਾਥੀ ਵੀ 200 ਨਿਊਟਨ ਦਾ ਬਲ ਲਗਾ ਰਿਹਾ ਹੈ, ਅਤੇ ਇਸ ਵਿੱਚ ਜਿਹੜਾ ਕੁੱਲ ਬਲ ਲੱਗੇਗਾ ਬੇਟਾ ਉਹ 0 ਹੋ ਜਾਏਗਾ, 0 ਹੋ ਜਾਏਗਾ, ਕਿਉਂਕਿ ਬਲ ਜਿਹੜਾ ਹੈ ਉਹ ਦੋਨੋਂ ਓਪੋਜ਼ਿਟ ਡਾਇਰੈਕਸ਼ਨ ਵਿੱਚ ਲਗਾ ਰਹੇ ਹਨ। ਓਪੋਜ਼ਿਟ ਡਾਇਰੈਕਸ਼ਨ ਵਿੱਚ ਜਦੋਂ ਬਰਾਬਰ ਬਲ ਲੱਗਦਾ ਹੈ ਅਤੇ ਜਿਹੜਾ ਬੇਟਾ ਕੁੱਲ ਕਾਰਜ ਹੋਏਗਾ ਜਾਂ ਜਿਹੜਾ ਬਲ ਲੱਗੇਗਾ ਉਹ 0 ਹੋਏਗਾ ਅਤੇ ਦੋਨੋਂ ਹਾਥੀਆਂ ਵਿੱਚੋਂ ਕੋਈ ਵੀ ਹਾਥੀ ਉਸ ਬਲੋਕ ਨੂੰ ਆਪਣੇ ਵੱਲ ਨਹੀਂ ਖਿੱਚ ਸਕਦਾ। ਤਾਂ ਇਸ ਲਈ ਬੇਟਾ ਜਦੋਂ ਅਸੀਂ ਬਲ ਦੀ ਗੱਲ ਕਰਦੇ ਹਾਂ ਤਾਂ ਉਸ ਦੀ ਦਿਸ਼ਾ ਦਾ ਵਰਣਨ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਹੁਣ ਅਸੀਂ ਗੱਲ ਕਰਾਂਗੇ ਕਿ ਬਲ ਵਸਤੂ ਦੀ ਗਤੀ ਵਿੱਚ ਪਰਿਵਰਤਨ ਕਰ ਸਕਦਾ ਹੈ ਅਤੇ ਵਸਤੂ ਦੀ ਬਣਾਵਟ ਵਿੱਚ ਵੀ ਪਰਿਵਰਤਨ ਕਰ ਸਕਦਾ ਹੈ। ਪਹਿਲੀ ਪਿਕਚਰ ਵਿੱਚ ਦੇਖੋ ਬੇਟਾ, ਇੱਕ ਲੜਕਾ ਟਾਇਰ ਨੂੰ ਚਲਾ ਰਿਹਾ ਵਿਦ ਦਾ ਹੈਲਪ ਆਫ ਸਟਿਕ, ਅਤੇ ਸਟਿਕ ਦਾ ਇਸਤੇਮਾਲ ਕਰਕੇ ਉਹ ਟਾਇਰ ਦੀ ਗਤੀ ਵਿੱਚ ਪਰਿਵਰਤਨ ਕਰਦਾ ਹੈ। ਦੂਸਰੇ ਕੇਸ ਵਿੱਚ ਵੀ ਦੇਖੋ, ਇੱਕ ਗੋਲਕੀਪਰ ਗੋਲ ਰੋਕਣ ਲਈ ਬੋਲ 'ਤੇ ਫੋਰਸ ਲਗਾਉਂਦਾ ਹੈ ਤਾਂ ਜੋ ਉਹ ਬੋਲ ਨੂੰ ਪਰਾਂ ਧੱਕ ਸਕੇ ਅਤੇ ਗੋਲ ਨਾ ਹੋਣ ਦੇ। ਇਸ ਤਰ੍ਹਾਂ ਬੇਟਾ ਨੈਕਸਟ ਦੇਖੋ, ਜਿਹੜਾ ਬਲ ਹੈ ਉਹ ਬਣਾਵਟ ਵਿੱਚ ਵੀ ਪਰਿਵਰਤਨ ਕਰ ਸਕਦਾ ਹੈ। ਅ ਫੋਰਸ ਕੈਨ ਚੇਂਜ ਦਾ ਸ਼ੇਪ ਆਫ ਏ ਬੋਡੀ। ਪਹਿਲੀ ਪਿਕਚਰ ਦੇਖੋ ਬੇਟਾ, ਜਦੋਂ ਤੁਸੀਂ ਬੋਲ ਨੂੰ ਪ੍ਰੈਸ ਕਰਦੇ ਹੋ, ਮੀਨ ਬਲ ਲਗਾਉਂਦੇ ਹੋ, ਤਾਂ ਉਸ ਦੀ ਸ਼ੇਪ ਵਿੱਚ ਚੇਂਜ ਹੁੰਦਾ ਹੈ।
ਸੈਕਿੰਡ ਪਿਕਚਰ ਦੇਖੋ, ਖਾਲੀ ਕੈਨ ਹੈ ਬੇਟਾ। ਇਹ ਕੈਨ ਨੂੰ ਜਦੋਂ ਤੁਸੀਂ ਪ੍ਰੈਸ ਕਰਦੇ ਹੋ ਜ਼ੋਰ ਲਗਾ ਕੇ, ਮਤਲਬ ਕਿ ਬਲ ਲਗਾਉਂਦੇ ਹਾਂ, ਤਾਂ ਉਸ ਦੀ ਸ਼ੇਪ ਵਿੱਚ ਵੀ ਕੀ ਹੋ ਰਿਹਾ ਹੈ, ਪਰਿਵਰਤਨ। ਥਰਡ ਪਿਕਚਰ ਦੇਖੋ ਬੇਟਾ, ਜਦੋਂ ਤੁਸੀਂ ਲੈਮਨ ਜੂਸ ਬਣਾਉਂਦੇ ਹੋ ਤਾਂ ਲੈਮਨ ਨੂੰ ਪ੍ਰੈਸ ਕਰਦੇ ਹੋ ਚੰਗੀ ਤਰ੍ਹਾਂ, ਮਤਲਬ ਕਿ ਬਲ ਲਗਾਉਂਦੇ ਹੋ ਜੂਸ ਕੱਢਣ ਵਾਸਤੇ, ਤਾਂ ਉਸ ਦੀ ਸ਼ੇਪ ਵਿੱਚ ਵੀ ਕੀ ਹੁੰਦਾ ਹੈ, ਪਰਿਵਰਤਨ ਹੁੰਦਾ ਹੈ। ਤੇ ਇਹ ਸਾਰੀਆਂ ਬੇਟਾ ਐਗਜ਼ਾਮਪਲਸ ਹਨ ਕਿ ਫੋਰਸ ਕਿੱਦਾਂ ਇਫੈਕਟ ਕਰਦੀ ਹੈ ਕਿਸੇ ਵਸਤੂ ਨੂੰ। ਹੁਣ ਅਸੀਂ ਪੜ੍ਹਾਂਗੇ ਟਾਈਪਸ ਆਫ ਫੋਰਸਿਸ। ਫਸਟ ਵਨ ਇਜ਼ ਕੰਟੈਕਟ ਫੋਰਸਿਸ, ਸੰਪਰਕ ਬਲ, ਅਤੇ ਦੂਸਰੀ ਹੈ ਬੇਟਾ ਨੋਨ ਕੰਟੈਕਟ ਫੋਰਸਿਸ, ਜਿਹਨੂੰ ਅਸੀਂ ਅਸੰਪਰਕ ਬਲ ਕਹਾਂਗੇ। ਸੰਪਰਕ ਬਲ ਵਿੱਚ ਪੜ੍ਹਾਂਗੇ ਰਗੜ ਬਲ ਅਤੇ ਪੇਸ਼ੀ ਬਲ, ਫ੍ਰਿਕਸ਼ਨਲ ਫੋਰਸ ਐਂਡ ਮਸਕੂਲਰ ਫੋਰਸ। ਅਤੇ ਨੋਨ ਕੰਟੈਕਟ ਫੋਰਸਿਸ ਵਿੱਚ ਬੇਟਾ ਅਸੀਂ ਪੜ੍ਹਾਂਗੇ ਚੁੰਬਕੀ ਬਲ, ਸਥਿਰ ਬਿਜਲੀ ਬਲ ਅਤੇ ਗੁਰੁਤਵਾਕਰਸ਼ਣ ਬਲ। ਸਭ ਤੋਂ ਪਹਿਲਾਂ ਅਸੀਂ ਡਿਸਕਸ ਕਰਾਂਗੇ ਕੰਟੈਕਟ ਫੋਰਸਿਸ, ਸੰਪਰਕ ਬਲ। ਇਸ ਦੀ ਪਹਿਲੀ ਕਿਸਮ ਹੈ ਬੇਟਾ ਪੇਸ਼ੀ ਬਲ। ਤੁਸੀਂ ਜਦੋਂ ਆਪਣਾ ਬੈਗ ਚੱਕਦੇ ਹੋ ਜਾਂ ਘਰ ਵਿੱਚ ਕੋਈ ਸਮਾਨ ਚੱਕਦੇ ਹੋ, ਜਿਵੇਂ ਬਾਲਟੀ ਵਗੈਰਾ, ਤਾਂ ਤੁਸੀਂ ਕਦੀ ਸੋਚਿਆ ਹੈ ਉਹ ਬਲ ਕਿੱਥੋਂ ਆਉਂਦਾ ਹੈ ਬੇਟਾ? ਇਹ ਬਲ ਬੇਟਾ ਸਾਡੇ ਸਰੀਰ ਦੀਆਂ ਮਾਸਪੇਸ਼ੀਆਂ ਦੁਆਰਾ ਲੱਗਦਾ ਹੈ। ਜਦੋਂ ਸਾਡੇ ਮਾਸਪੇਸ਼ੀਆਂ ਕੋਈ ਕਿਰਿਆ ਕਰਦੀ ਹਾਂ ਤਾਂ ਉਸ ਦੇ ਸਰੂਪ ਲੱਗਣ ਵਾਲੇ ਬਲ ਨੂੰ ਅਸੀਂ ਪੇਸ਼ੀ ਬਲ ਕਹਿੰਦੇ ਹਾਂ। ਅਤੇ ਬੇਟਾ ਪੇਸ਼ੀ ਬਲ ਉਦੋਂ ਹੀ ਲਾਇਆ ਜਾਂਦਾ ਹੈ ਜਦੋਂ ਮਾਸਪੇਸ਼ੀਆਂ ਕਿਸੇ ਵਸਤੂ ਦੇ ਸੰਪਰਕ ਵਿੱਚ ਹੋਣ, ਇਸ ਲਈ ਇਸ ਨੂੰ ਅਸੀਂ ਕੀ ਕਹਿੰਦੇ ਹਾਂ, ਸੰਪਰਕ ਬਲ। ਜਿਵੇਂ ਕਿ ਪਿਕਚਰ ਵਿੱਚ ਤੁਸੀਂ ਦੇਖ ਸਕਦੇ ਹੋ, ਇੱਕ ਲੜਕੇ ਨੇ ਕਾਫੀ ਸਾਰੀਆਂ ਬੁੱਕਸ ਨੂੰ ਉਠਾਇਆ ਹੈ ਬੇਟਾ, ਅਤੇ ਜਦੋਂ ਬੁੱਕਸ ਚੁੱਕਣ 'ਤੇ ਉਹ ਸੰਪਰਕ ਵਿੱਚ ਆਇਆ ਸਾਡੇ ਸਰੀਰ 'ਤੇ, ਤਾਂ ਸਾਡਾ ਸਰੀਰ ਜਿਹੜਾ ਹੈ ਉਹ ਕੀ ਕਰਦਾ ਹੈ, ਬਲ ਲਾਉਂਦਾ ਹੈ, ਤਾਂ ਉਸ ਬਲ ਨੂੰ ਅਸੀਂ ਪੇਸ਼ੀ ਬਲ ਕਹਿੰਦੇ ਹਾਂ। ਸੈਕਿੰਡ ਟਾਈਪ ਹੈ ਬੇਟਾ ਰਗੜ ਬਲ, ਜਿਹਨੂੰ ਅਸੀਂ ਫ੍ਰਿਕਸ਼ਨਲ ਫੋਰਸ ਕਹਿੰਦੇ ਹਾਂ। ਬੇਟਾ ਰਗੜ ਬਲ ਦੋ ਸਤ੍ਹਾ ਦੇ ਵਿਚਕਾਰ ਲਾਇਆ ਜਾਣ ਵਾਲਾ ਬਲ ਹੈ, ਇਸ ਕਰਕੇ ਇਸ ਨੂੰ ਵੀ ਅਸੀਂ ਸੰਪਰਕ ਬਲ ਕਹਿੰਦੇ ਹਾਂ। ਇਸ ਕੇਸ ਵਿੱਚ ਇੱਕ ਬਕਸਾ ਜਿਹੜਾ ਹੈ ਉਹਨੂੰ ਇੱਕ ਆਦਮੀ ਖਿੱਚ ਰਿਹਾ ਹੈ ਬੇਟਾ, ਅਤੇ ਬਕਸੇ ਦੀ ਸਤ੍ਹਾ ਅਤੇ ਫਰਸ਼ ਦੀ ਸਤ੍ਹਾ ਜਿਹੜੀ ਹੈ ਉਸ ਦੇ ਵਿਚਕਾਰ ਜਿਹੜਾ ਬਲ ਲੱਗ ਰਿਹਾ ਹੈ ਉਹ ਰਗੜ ਬਲ ਹੈ। ਅਤੇ ਰਗੜ ਬਲ ਬੇਟਾ ਹਮੇਸ਼ਾ ਓਪੋਜ਼ਿਟ ਡਾਇਰੈਕਸ਼ਨ 'ਚ ਲੱਗਦਾ ਹੈ, ਜਿਸ ਦਿਸ਼ਾ ਵਿੱਚ ਗਤੀ ਜਿਹੜੀ ਉਹ ਹੁੰਦੀ ਹੈ। ਤੁਸੀਂ ਦੇਖ ਸਕਦੇ ਹੋ ਕਿ ਗਤੀ ਦੀ ਦਿਸ਼ਾ ਅਤੇ ਰਗੜ ਬਲ ਦੀ ਦਿਸ਼ਾ ਕੀ ਹੈ, ਓਪੋਜ਼ਿਟ ਹੁੰਦੀ ਹੈ। ਹੁਣ ਬੇਟਾ ਅਸੀਂ ਗੱਲ ਕਰਾਂਗੇ ਨੋਨ ਕੰਟੈਕਟ ਫੋਰਸਿਸ ਦੀ, ਅਸੰਪਰਕ ਬਲ। ਕਿਸੇ ਵਸਤੂ ਉੱਤੇ ਲੱਗਣ ਵਾਲਾ ਬਲ ਜਦੋਂ ਉਸ ਦੇ ਸੰਪਰਕ ਵਿੱਚ ਆਏ ਬਗੈਰ ਲੱਗਦਾ ਹੈ ਤਾਂ ਬੇਟਾ ਉਹ ਬਲ ਕਿਹੜਾ ਹੁੰਦਾ ਹੈ, ਅਸੰਪਰਕ ਬਲ। ਇਸ ਦੀ ਪਹਿਲੀ ਕਿਸਮ ਹੈ ਚੁੰਬਕੀ ਬਲ। ਚੁੰਬਕ ਦੁਆਰਾ ਬੇਟਾ ਲੋਹੇ ਦੇ ਟੁਕੜਿਆਂ ਉੱਤੇ ਲਾਇਆ ਗਿਆ ਬਲ, ਉਸਨੂੰ ਅਸੀਂ ਕੀ ਕਹਾਂਗੇ, ਚੁੰਬਕੀ ਬਲ। ਮਤਲਬ ਕਿ ਇੱਕ ਮੈਗਨੇਟ ਜਿਹੜੀ ਹੈ ਬੇਟਾ ਆਇਰਨ ਪੀਸਿਸ ਨੂੰ ਆਪਣੇ ਵੱਲ ਅਟਰੈਕਟ ਕਰਦੀ ਹੈ, ਤਾਂ ਉਸ ਫੋਰਸ ਨੂੰ ਅਸੀਂ ਕੀ ਕਹਿੰਦੇ ਹਾਂ, ਮੈਗਨੈਟਿਕ ਫੋਰਸ। ਤਾਂ ਇਹ ਦੋਨਾਂ ਦੇ ਵਿਚਕਾਰ ਬੇਟਾ ਕੋਈ ਸੰਪਰਕ ਨਹੀਂ ਹੁੰਦਾ, ਬਟ ਫਿਰ ਵੀ ਜਿਹੜੇ ਆਇਰਨ ਪੀਸਿਸ ਹੈ ਉਹ ਮੈਗਨੇਟ ਵੱਲ ਅਟਰੈਕਟ ਹੁੰਦੇ ਹਨ, ਤਾਂ ਇਸ ਨੂੰ ਅਸੀਂ ਕੀ ਕਹਿੰਦੇ ਹਾਂ, ਚੁੰਬਕੀ ਬਲ। ਆਓ ਇੱਕ ਕਿਰਿਆ ਰਾਹੀਂ ਇਸ ਨੂੰ ਅਸੀਂ ਸਮਝਦੇ ਹਾਂ। ਇੱਕ ਬਾਰ ਮੈਗਨੇਟ ਲਓ। ਆਰਟੀਫਿਸ਼ੀਅਲ ਮੈਗਨੇਟ ਨੂੰ ਬੇਟਾ ਅਸੀਂ ਬਾਰ ਮੈਗਨੇਟ ਕਹਿੰਦੇ ਹਾਂ। ਬਾਰ ਮੈਗਨੇਟ ਦੇ ਕੋਲ ਇੱਕ ਆਇਰਨ ਨੇਲ ਨੂੰ ਰੱਖੋ। ਤੁਸੀਂ ਦੇਖੋਗੇ ਜਿੱਦਾਂ ਜਿੱਦਾਂ ਤੁਸੀਂ ਬਾਰ ਮੈਗਨੇਟ ਨੂੰ ਮੂਵ ਕਰੋਗੇ, ਥੋੜ੍ਹੀ ਦੂਰ ਜਾਣ 'ਤੇ ਆਇਰਨ ਨੇਲ ਜਿਹੜਾ ਹੈ ਉਹ ਮੈਗਨੇਟ ਦੀ ਤਰਫ ਕੀ ਹੋਏਗਾ, ਅਟਰੈਕਟ ਹੋਏਗਾ। ਬਾਰ ਮੈਗਨੇਟ ਨੇ ਆਇਰਨ ਨੂੰ ਅਟਰੈਕਟ ਕੀਤਾ ਵਿਦਆਊਟ ਐਨੀ ਕੰਟੈਕਟ। ਇਹਨਾਂ ਵਿੱਚ ਕੋਈ ਕੰਟੈਕਟ ਨਹੀਂ ਸੀ, ਬਟ ਫਿਰ ਵੀ ਮੈਗਨੇਟ ਅਟਰੈਕਟ ਦ ਨੇਲ। ਕੰਟੈਕਟ ਇਜ਼ ਨੋਟ ਨੈਸੈਸਰੀ। ਅਤੇ ਬੇਟਾ ਇਹੋ ਜਿਹੇ ਬਲ ਨੂੰ ਜਿਸ ਵਿੱਚ ਸੰਪਰਕ ਨਾ ਹੋਣ ਦੇ ਬਾਵਜੂਦ ਵੀ ਕੋਈ ਚੀਜ਼ ਆਕਰਸ਼ਿਤ ਹੁੰਦੀ ਹੈ, ਉਸ ਨੂੰ ਅਸੀਂ ਕੀ ਕਹਿੰਦੇ ਹਾਂ, ਮੈਗਨੈਟਿਕ ਫੋਰਸ। ਇੱਥੇ ਮੈਗਨੇਟ ਕੰਮ ਕਰ ਰਹੀ ਹੈ ਅਟਰੈਕਸ਼ਨ ਦਾ, ਇਸ ਕਰਕੇ ਇਸ ਨੂੰ ਅਸੀਂ ਮੈਗਨੈਟਿਕ ਫੋਰਸ ਕਹਾਂਗੇ। ਇਹ ਨੋਨ ਕੰਟੈਕਟ ਫੋਰਸ ਹੁੰਦੀ ਹੈ। ਬੇਟਾ ਅਸੰਪਰਕ ਬਲ ਦੀਆਂ ਜੋ ਕਿਸਮਾਂ ਸਨ, ਪਹਿਲੀ ਹੈ ਸਥਿਰ ਬਿਜਲੀ ਬਲ, ਇਲੈਕਟ੍ਰੋਸਟੈਟਿਕ ਫੋਰਸ, ਅਤੇ ਦੂਸਰੀ ਹੈ ਬੇਟਾ ਗੁਰੁਤਵੀ ਬਲ, ਜਿਹਨੂੰ ਅਸੀਂ ਗ੍ਰੈਵੀਟੇਸ਼ਨਲ ਫੋਰਸ ਕਹਿੰਦੇ ਹਾਂ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸਥਿਰ ਬਿਜਲੀ ਬਲ ਦੀ। ਬੇਟਾ ਜਦੋਂ ਕੋਈ ਬਲ ਜਿਹੜਾ ਹੈ ਕਿਸੇ ਚਾਰਜ ਬੋਡੀ ਦੁਆਰਾ ਕਿਸੇ ਅਨਚਾਰਜ ਜਾਂ ਚਾਰਜ ਬੋਡੀ 'ਤੇ ਲੱਗ ਕੇ ਉਸਨੂੰ ਅਟਰੈਕਟ ਕਰਦਾ ਹੈ ਜਾਂ ਰਿਪੈਲ ਕਰਦਾ ਹੈ, ਤਾਂ ਬੇਟਾ
ਉਸ ਤਰ੍ਹਾਂ ਦੇ ਬਲ ਨੂੰ ਅਸੀਂ ਕੀ ਕਹਿੰਦੇ ਹਾਂ? ਇਲੈਕਟ੍ਰੋਸਟੈਟਿਕ ਫੋਰਸ ਮੀਨਸ ਸਥਿਰ ਬਿਜਲੀ ਬਲ। ਜਿਵੇਂ ਕਿ ਪਿਕਚਰ ਵਿੱਚ ਤੁਸੀਂ ਦੇਖ ਰਹੇ ਹੋ, ਜਦੋਂ ਦੋ ਗੁਬਾਰਿਆਂ ਨੂੰ ਬੇਟਾ ਆਪਸ ਵਿੱਚ ਰਬ ਕਰਦੇ ਹਾਂ ਤੇ ਉਹਨਾਂ 'ਤੇ ਇੱਕ ਚਾਰਜ ਡਿਵੈਲਪ ਹੁੰਦਾ ਹੈ ਤੇ ਦੋਨੋਂ ਗੁਬਾਰੇ ਆਪਸ ਵਿੱਚ ਕੀ ਕਰਨਗੇ? ਰਿਪੈਲ, ਦੂਰ ਜਾਣਗੇ। ਕਿਉਂ? ਕਿਉਂਕਿ ਉਹਨਾਂ 'ਤੇ ਇੱਕ ਸਮਾਨ ਚਾਰਜ ਜਿਹੜਾ ਹੈ ਉਹ ਡਿਵੈਲਪ ਹੋਇਆ ਹੈ। ਦੂਸਰੇ ਕੇਸ ਵਿੱਚ ਦੇਖੋ ਬੇਟਾ, ਨਾਲ ਹੀ ਜਦੋਂ ਗੁਬਾਰਾ ਤੁਸੀਂ ਬੇਟਾ ਜਿਹੜਾ ਚਾਰਜਸ ਹੈ ਉਹਨੂੰ ਬਾਲਾਂ ਦੇ ਨਾਲ ਲੈ ਕੇ ਜਾਓਗੇ ਤਾਂ ਬਾਲ ਗੁਬਾਰੇ ਵੱਲ ਅਟਰੈਕਟ ਹੋਣਗੇ, ਕਿਉਂਕਿ ਬਾਲ ਜਿਹੜੇ ਹੈ ਉਹ ਕੀ ਹੈ? ਅਨਚਾਰਜ ਤੇ ਗੁਬਾਰਾ ਚਾਰਜ ਹੈ। ਦੋਨੋਂ ਕੀ ਕਰਦੇ ਹਨ? ਆਪਸ ਵਿੱਚ ਅਟਰੈਕਟ ਹੁੰਦੇ ਹਨ। ਤੇ ਇਹ ਬੇਟਾ ਬਲ ਜਿਹੜਾ ਹੈ ਉਸ ਨੂੰ ਅਸੀਂ ਕੀ ਕਹਿੰਦੇ ਹਾਂ? ਸਥਿਰ ਬਿਜਲੀ ਬਲ। ਜਿਹੜਾ ਕਿਸੇ ਚਾਰਜ ਦੁਆਰਾ ਬਲ ਪੈਦਾ ਹੁੰਦਾ ਹੈ ਉਸ ਨੂੰ ਅਸੀਂ ਸਥਿਰ ਬਿਜਲੀ ਬਲ ਕਹਿੰਦੇ ਹਾਂ। ਦੂਸਰੀ ਕੇਸ ਵਿੱਚ ਦੇਖੋ ਬੇਟਾ, ਇਹਦੀ ਟਾਈਪ ਹੈ ਗੁਰੁਤਵੀ ਬਲ, ਗ੍ਰੈਵਿਟੇਸ਼ਨਲ ਫੋਰਸ। ਜਿਵੇਂ ਕਿ ਪਿਕਚਰ ਵਿੱਚ ਤੁਸੀਂ ਦੇਖ ਰਹੇ ਹੋ, ਇੱਕ ਟਰੀ ਤੋਂ ਕੋਈ ਚੀਜ਼ ਨੀਚੇ ਡਿੱਗ ਰਹੀ ਹੈ ਤੇ ਬੇਟਾ ਇਹ ਚੀਜ਼ ਹਮੇਸ਼ਾ ਨੀਚੇ ਵੱਲ ਹੀ ਕਿਉਂ ਡਿੱਗਦੀ ਹੈ? ਡਿਊ ਟੂ ਫੋਰਸ ਆਫ ਅਟਰੈਕਸ਼ਨ। ਸਾਡੀ ਧਰਤੀ ਜਿਹੜੀ ਹੈ ਇੱਕ ਗੁਰੂਤਵਾਕਰਸ਼ਣ ਬਲ ਲਾਉਂਦੀ ਹੈ ਬੇਟਾ, ਜਿਸ ਕਰਕੇ ਹਰ ਚੀਜ਼ ਜਿਹੜੀ ਹੈ ਉਹ ਧਰਤੀ ਵੱਲ ਖਿੱਚੀ ਜਾਂਦੀ ਹੈ ਤੇ ਇਸ ਫੋਰਸ ਨੂੰ ਅਸੀਂ ਕੀ ਕਹਿੰਦੇ ਹਾਂ? ਗ੍ਰੈਵਿਟੇਸ਼ਨਲ ਫੋਰਸ। ਇਹ ਬਲ ਧਰਤੀ ਦੁਆਰਾ ਲੱਗਦਾ ਹੈ। ਆਓ ਕਿਰਿਆ ਰਾਹੀਂ ਸਮਝਦੇ ਹਾਂ। ਬਾਲਾਂ 'ਤੇ ਰਬ ਕਰਨ 'ਤੇ ਕੌਮ ਪੇਪਰ ਪੀਸਿਸ ਵੱਲ ਲੈ ਕੇ ਜਾਈਏ ਤਾਂ ਪੇਪਰ ਪੀਸਿਸ ਕੌਮ ਵੱਲ ਅਟਰੈਕਟ ਹੁੰਦੇ ਹਨ। ਇੱਦਾਂ ਕਿਉਂ ਹੁੰਦਾ ਹੈ ਬੇਟਾ? ਕੌਮ 'ਤੇ ਇੱਕ ਚਾਰਜ ਡਿਵੈਲਪ ਹੁੰਦਾ ਹੈ ਜਿਸ ਨੂੰ ਅਸੀਂ ਇਲੈਕਟ੍ਰੋਸਟੈਟਿਕ ਚਾਰਜ ਕਹਿੰਦੇ ਹਾਂ ਅਤੇ ਦੋਨਾਂ ਵਿੱਚ ਲੱਗਣ ਵਾਲਾ ਬਲ ਇਲੈਕਟ੍ਰੋਸਟੈਟਿਕ ਬਲ ਕਹਾਉਂਦਾ ਹੈ। ਉਚਾਈ ਤੋਂ ਬਾਲ ਨੀਚੇ ਸੁੱਟਣ 'ਤੇ ਉਹ ਹਮੇਸ਼ਾ ਗਰਾਊਂਡ ਵੱਲ ਹੀ ਕਿਉਂ ਆਕਰਸ਼ਿਤ ਹੁੰਦੀ ਹੈ? ਕਿਉਂਕਿ ਪ੍ਰਿਥਵੀ ਸਾਡੀ ਇੱਕ ਬਲ ਲਗਾਉਂਦੀ ਹੈ ਹਰ ਇੱਕ ਚੀਜ਼ 'ਤੇ, ਉਹਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਹੈ, ਜਿਸ ਨੂੰ ਅਸੀਂ ਗ੍ਰੈਵਿਟੇਸ਼ਨਲ ਫੋਰਸ ਕਹਿੰਦੇ ਹਾਂ, ਗੁਰੁਤਵੀ ਬਲ ਕਹਿੰਦੇ ਹਾਂ। ਅਤੇ ਬੇਟਾ ਗ੍ਰੈਵਿਟੇਸ਼ਨਲ ਫੋਰਸ ਜਿਹੜੀ ਆ ਉਹ ਇੱਕ ਆਕਰਸ਼ਕ ਬਲ ਹੈ ਜੋ ਕਿਸੇ ਵੀ ਚੀਜ਼ ਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਹੈ। ਟੈਪ ਔਨ ਕਰਦੇ ਹੋ ਤਾਂ ਪਾਣੀ ਜੋ ਹੈ ਨੀਚੇ ਜਾਂਦਾ ਹੈ, ਕਿਉਂਕਿ ਪ੍ਰਿਥਵੀ ਦੇ ਗੁਰੂਤਵਾਕਰਸ਼ਣ ਬਲ ਕਰਕੇ। ਤੁਸੀਂ ਦੇਖਿਆ ਹੋਏਗਾ ਗ੍ਰੈਵਿਟੇਸ਼ਨਲ ਫੋਰਸ ਕੀ ਹੈ ਬੇਟਾ? ਨੋਨ ਕੰਟੈਕਟ ਜਾਂ ਕੰਟੈਕਟ? ਅਸੀਂ ਕਹਾਂਗੇ ਦਿਸ ਇਜ਼ ਅ ਨੋਨ ਕੰਟੈਕਟ ਫੋਰਸ। ਕਿਉਂ? ਕਿਉਂਕਿ ਇਸ ਵਿੱਚ ਦੋ ਵਸਤੂਆਂ ਆਪਸੀ ਸੰਪਰਕ ਵਿੱਚ ਨਹੀਂ ਆਉਂਦੀਆਂ, ਬਟ ਜਦੋਂ ਕਿਸੇ ਚੀਜ਼ ਕੋਈ ਸੁੱਟਦੇ ਹਾਂ ਉਹ ਹਮੇਸ਼ਾ ਧਰਤੀ ਆਪਣੇ ਵੱਲ ਅਟਰੈਕਟ ਕਰਦੀ ਹੈ। ਹੁਣ ਅਸੀਂ ਗੱਲ ਕਰਾਂਗੇ ਦਾਬ ਦੀ। ਦਾਬ ਕੀ ਹੈ ਬੇਟਾ? ਇਕਾਈ ਖੇਤਰਫਲ ਉੱਤੇ ਲੱਗਣ ਵਾਲੇ ਬਲ ਨੂੰ ਦਾਬ ਕਹਿੰਦੇ ਹਾਂ। ਪ੍ਰੈਸ਼ਰ ਇਜ਼ ਫੋਰਸ ਪਰ ਯੂਨਿਟ ਏਰੀਆ। ਬੇਟਾ ਚਿੱਤਰ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਲੜਕਾ ਇੱਕ ਵਾਰ ਲੇਟਿਆ ਹੋਇਆ ਹੈ ਅਤੇ ਇੱਕ ਵਾਰ ਖੜਾ ਹੋਇਆ ਹੈ ਇੱਕ ਗੱਦੇ 'ਤੇ। ਉਹ ਸੋਚ ਰਿਹਾ ਹੈ ਕਿ ਜਦੋਂ ਉਹ ਖੜਾ ਸੀ ਤਾਂ ਗੱਦਾ ਜਿਹੜਾ ਹੈ ਉਹ ਜ਼ਿਆਦਾ ਧੱਸਿਆ ਗਿਆ ਨੀਚੇ, ਬਟ ਜਦੋਂ ਉਹ ਸੁੱਤਾ ਹੋਇਆ ਸੀ ਤਾਂ ਗੱਦਾ ਜਿਹੜਾ ਹੈ ਉਹ ਘੱਟ ਸਿੰਕ ਹੋਇਆ, ਮਤਲਬ ਕਿ ਘੱਟ ਧੱਸਿਆ। ਇੱਦਾਂ ਕਿਉਂ ਹੋਇਆ? ਤਾਂ ਬੇਟਾ ਇਸ ਦਾ ਕੀ ਕਾਰਨ ਹੈ? ਜਦੋਂ ਉਹ ਖੜਾ ਸੀ ਤਾਂ ਉਸਨੇ ਏਰੀਆ ਜਿਹੜਾ ਹੈ ਉਹ ਘੱਟ ਕਵਰ ਕੀਤਾ ਅਤੇ ਜਿਹੜਾ ਦਾਬ ਲੱਗੇਗਾ ਉਹ ਜ਼ਿਆਦਾ ਲੱਗੇਗਾ। ਜ਼ਿਆਦਾ ਦਾਬ ਲੱਗਣ ਨਾਲ ਗੱਦਾ ਜਿਹੜਾ ਹੈ ਉਹ ਨੀਚੇ ਧੱਸਿਆ ਜਾਂਦਾ ਹੈ, ਬਟ ਜਦੋਂ ਉਹ ਲੇਟਿਆ ਹੋਇਆ ਹੈ ਤਾਂ ਉਸਨੇ ਕਾਫੀ ਜ਼ਿਆਦਾ ਏਰੀਆ ਜਿਹੜਾ ਹੈ ਉਹ ਕਵਰ ਕੀਤਾ ਹੋਇਆ ਹੈ। ਅਤੇ ਜਦੋਂ ਏਰੀਆ ਬੇਟਾ ਜ਼ਿਆਦਾ ਹੋਏਗਾ ਅਤੇ ਦਾਬ ਕੀ ਲੱਗੇਗਾ? ਘੱਟ। ਦਾਬ ਘੱਟ ਹੋਏਗਾ ਅਤੇ ਜਿਹੜਾ ਗੱਦਾ ਹੈ ਉਹ ਘੱਟ ਪ੍ਰੈਸ ਹੋਏਗਾ, ਘੱਟ ਸਿੰਕ ਹੋਏਗਾ, ਮਤਲਬ ਕਿ ਘੱਟ ਧੱਸਿਆ ਜਾਏਗਾ। ਅਤੇ ਇਹੀ ਕਾਰਨ ਹੈ ਖੜੇ ਹੋਣ 'ਤੇ ਦਾਬ ਜ਼ਿਆਦਾ ਲੱਗਦਾ ਹੈ ਅਤੇ ਜਦੋਂ ਲੇਟਿਆ ਹੋਇਆ ਹੈ ਤੇ ਦਾਬ ਘੱਟ ਲੱਗਦਾ ਹੈ। ਆਓ ਪ੍ਰੈਸ਼ਰ ਐਗਜ਼ਰਟਡ ਬਾਏ ਸੋਲਿਡ ਬਾਰੇ ਗੱਲ ਕਰੀਏ ਤਾਂ ਇੱਕ ਕਿੱਲ ਲਵਾਂਗੇ ਬਲੰਟ ਐਂਡ, ਭਾਵ ਜਿਸ ਦਾ ਕ੍ਰੋਸ ਸੈਕਸ਼ਨਲ ਏਰੀਆ ਜ਼ਿਆਦਾ ਹੋਏਗਾ। ਜੇ ਏਰੀਆ ਜ਼ਿਆਦਾ ਹੋਏਗਾ ਤਾਂ ਪ੍ਰੈਸ਼ਰ ਕੀ ਹੋਏਗਾ? ਘੱਟ ਹੋਏਗਾ, ਦਾਬ ਘੱਟ ਲੱਗੇਗਾ ਭਾਵ। ਅਤੇ ਇਸ ਕਿੱਲ ਨੂੰ ਠੋਕਣਾ ਬਹੁਤ ਹੀ ਮੁਸ਼ਕਿਲ ਹੋਏਗਾ, ਭਾਵ ਉਹ ਜਲਦੀ ਨਹੀਂ ਠੋਕਿਆ ਜਾਏਗਾ। ਜਦਕਿ ਸ਼ਾਰਪ ਐਂਡ ਦਾ ਹਾਈ ਪ੍ਰੈਸ਼ਰ ਹੋਏਗਾ, ਕਿਉਂਕਿ ਉਹਦਾ ਏਰੀਆ ਜੋ ਹੈ ਘੱਟ ਹੈ ਅਤੇ ਇਸ ਕਿੱਲ ਨੂੰ ਅਸੀਂ ਆਸਾਨੀ ਨਾਲ ਠੋਕ ਸਕਦੇ ਹਾਂ। ਇਸ ਤੋਂ ਸਾਨੂੰ ਪਤਾ ਚੱਲਦਾ ਹੈ ਕਿ ਪ੍ਰੈਸ਼ਰ ਘਟਣ ਅਤੇ ਵਧਣ ਨਾਲ ਬਲ ਦਾ ਬਹੁਤ ਜ਼ਿਆਦਾ ਫਰਕ ਪੈਂਦਾ ਹੈ। ਇਸੇ ਕਰਕੇ ਮਜ਼ਦੂਰ ਜਿਹੜਾ ਹੈ ਆਪਣੇ ਸਿਰ 'ਤੇ ਕੱਪੜੇ ਨਾਲ ਏਰੀਏ ਨੂੰ ਜ਼ਿਆਦਾ ਕਰਦਾ ਹੈ ਤਾਂ ਜੋ
ਉਸਦੇ ਸਿਰ 'ਤੇ ਪੈਣ ਵਾਲਾ ਦਾਬ ਜਿਹੜਾ ਹੈ ਉਹ ਘੱਟ ਹੋ ਸਕੇ। ਪ੍ਰੈਸ਼ਰ ਘੱਟ ਹੋਏਗਾ ਤਾਂ ਉਹਦੇ ਸਿਰ 'ਤੇ ਜਿਹੜਾ ਹੈ ਦਾਬ ਘੱਟ ਲੱਗੇਗਾ ਅਤੇ ਈਜ਼ੀਲੀ ਉਹ ਆਪਣਾ ਲੋਡ ਜਿਹੜਾ ਹੈ ਉਹ ਚੁੱਕ ਸਕਦਾ ਹੈ। ਇਹ ਸੀ ਐਗਜ਼ਾਮਪਲ ਪ੍ਰੈਸ਼ਰ ਐਗਜ਼ਰਟਡ ਬਾਏ ਸੋਲਿਡ। ਹੁਣ ਅਸੀਂ ਗੱਲ ਕਰਾਂਗੇ ਪ੍ਰੈਸ਼ਰ ਐਗਜ਼ਰਟਡ ਬਾਏ ਲਿਕੁਇਡ ਐਂਡ ਗੈਸਿਸ ਬਾਰੇ। ਦਰਵਾਂ ਅਤੇ ਗੈਸਾਂ ਦੁਆਰਾ ਲਾਇਆ ਗਿਆ ਦਾਬ। ਪਹਿਲੀ ਪਿਕਚਰ ਵਿੱਚ ਦੇਖੋ ਬੇਟਾ, ਇੱਕ ਬੋਟਲ ਦੀ ਵੋਲ 'ਤੇ ਇੱਕ ਗੁਬਾਰਾ ਜਿਹੜਾ ਹੈ ਅਟੈਚ ਕੀਤਾ ਹੋਇਆ ਹੈ। ਪਾਣੀ ਪਾਉਣ 'ਤੇ ਗੁਬਾਰਾ ਫੁੱਲ ਜਾਂਦਾ ਹੈ, ਭਾਵ ਜਿਹੜਾ ਪਾਣੀ ਹੈ ਉਹ ਬੋਟਲ ਦੀਆਂ ਦੀਵਾਰਾਂ 'ਤੇ ਕੀ ਕਰ ਰਿਹਾ ਹੈ, ਦਾਬ ਪਾ ਰਿਹਾ ਹੈ। ਸੈਕਿੰਡ ਪਿਕਚਰ ਵਿੱਚ ਦੇਖੋ ਬੇਟਾ, ਦੋ ਪਾਈਪ ਦੇ ਬੇਸ 'ਤੇ ਗੁਬਾਰੇ ਲਗਾਏ ਹਨ। ਇੱਕ ਗੁਬਾਰਾ ਘੱਟ ਫੁੱਲਿਆ ਹੋਇਆ ਹੈ ਅਤੇ ਦੂਸਰਾ ਜ਼ਿਆਦਾ। ਇਹ ਕਿਹਦੇ 'ਤੇ ਡਿਪੈਂਡ ਕਰਦਾ ਹੈ ਬੇਟਾ, ਪਾਣੀ ਦਾ ਲੈਵਲ ਦੇਖੋ ਪਾਈਪ ਵਿੱਚ, ਤੁਸੀਂ ਦੇਖੋਗੇ ਇੱਕ ਪਾਈਪ ਵਿੱਚ ਜ਼ਿਆਦਾ ਹੈ। ਇਸ ਦਾ ਮਤਲਬ ਕਿ ਦਾਬ ਪਾਣੀ ਦੇ ਕਾਲਮ ਦੀ ਉਚਾਈ 'ਤੇ ਨਿਰਭਰ ਕਰਦਾ ਹੈ। ਤੀਸਰੀ ਪਿਕਚਰ ਵਿੱਚ ਦੇਖੋ ਬੇਟਾ, ਇੱਕ ਬੋਤਲ 'ਤੇ 3 ਸੁਰਾਖ ਕੀਤੇ ਹੋਏ ਹਨ। ਪਾਣੀ ਪਾਉਣ 'ਤੇ ਉਹਨਾਂ ਸੁਰਾਖਾਂ ਵਿੱਚੋਂ ਪਾਣੀ ਜਿਹੜਾ ਹੈ ਉਹ ਨਿਕਲ ਰਿਹਾ ਹੈ। ਇਹ ਇਸ ਲਈ ਬੇਟਾ ਕੀਤਾ ਗਿਆ ਹੈ ਕਿ ਦੇਖਣਾ ਹੈ ਕਿ ਦਾਬ ਜਿਹੜਾ ਹੈ ਉਹ ਡੂੰਘਾਈ 'ਤੇ ਕਿੱਦਾਂ ਨਿਰਭਰ ਕਰਦਾ ਹੈ। ਅਤੇ ਬੇਟਾ ਜਦੋਂ ਦਾਬ ਜਿਹੜਾ ਹੈ ਉਹ ਸਮਾਨ ਡੂੰਘਾਈ 'ਤੇ ਸਮਾਨ ਦਾਬ ਪਾਉਂਦੇ ਹਨ। ਅਤੇ ਇਹ ਸਾਰੇ ਬੇਟਾ ਐਕਸਪੈਰੀਮੈਂਟਸ ਨੂੰ ਅਸੀਂ ਕਰਨ ਲਈ ਇੱਕ ਕਿਰਿਆ ਕਰਾਂਗੇ, ਜਿਸ ਵਿੱਚ ਅਸੀਂ ਪੜ੍ਹਾਂਗੇ ਪ੍ਰੈਸ਼ਰ ਐਗਜ਼ਰਟਡ ਬਾਏ ਲਿਕੁਇਡ ਐਂਡ ਗੈਸਿਸ। ਆਓ ਦੇਖਦੇ ਹਾਂ ਪ੍ਰੈਸ਼ਰ ਐਗਜ਼ਰਟਡ ਬਾਏ ਲਿਕੁਇਡ ਅਤੇ ਗੈਸ ਦੀ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਪ੍ਰੈਸ਼ਰ ਐਗਜ਼ਰਟਡ ਬਾਏ ਲਿਕੁਇਡ ਦੇ ਕੁਝ ਐਕਸਪੈਰੀਮੈਂਟਸ ਕਰਾਂਗੇ। ਸਭ ਤੋਂ ਪਹਿਲਾਂ ਐਕਸਪੈਰੀਮੈਂਟ ਲਈ ਸਾਨੂੰ ਇੱਕ ਪਾਈਪ ਚਾਹੀਦੀ ਹੈ। ਪਾਈਪ ਦੇ ਬੇਸ 'ਤੇ ਅਸੀਂ ਇੱਕ ਗੁਬਾਰਾ ਬੰਨ੍ਹ ਲੈਣਾ ਹੈ। ਪਾਈਪ ਨੂੰ ਵਰਟੀਕਲ ਪੋਜੀਸ਼ਨ ਵਿੱਚ ਫੜੋ ਅਤੇ ਇਸ ਵਿੱਚ ਪਾਣੀ ਪਾਉਣਾ ਸ਼ੁਰੂ ਕਰੋ। ਤੁਸੀਂ ਜਦੋਂ ਪਾਣੀ ਪਾਓਗੇ ਤੁਸੀਂ ਦੇਖੋਗੇ ਗੁਬਾਰੇ ਨੇ ਫੁੱਲਣਾ ਸ਼ੁਰੂ ਕਰ ਦਿੱਤਾ। ਪਾਣੀ ਦਾ ਲੈਵਲ ਚੈੱਕ ਕਰੋ, ਜੇ ਅਸੀਂ ਹੋਰ ਪਾਣੀ ਪਾਵਾਂਗੇ ਤਾਂ ਗੁਬਾਰਾ ਹੋਰ ਜ਼ਿਆਦਾ ਫੁੱਲਣਾ ਸ਼ੁਰੂ ਕਰ ਦੇਗਾ, ਭਾਵ ਬਰਤਨ ਦੇ ਤਲੇ 'ਤੇ ਪਾਣੀ ਦੁਆਰਾ ਲਾਇਆ ਜਾਣ ਵਾਲਾ ਦਾਬ ਪਾਣੀ ਦੇ ਕਾਲਮ ਦੀ ਉਚਾਈ 'ਤੇ ਨਿਰਭਰ ਕਰਦਾ ਹੈ। ਜਿੰਨਾ ਜ਼ਿਆਦਾ ਪਾਣੀ ਪਾਵਾਂਗੇ ਓਨਾ ਜ਼ਿਆਦਾ ਗੁਬਾਰਾ ਜਿਹੜਾ ਹੈ ਉਹ ਫੁੱਲੇਗਾ। ਦੂਸਰੀ ਕਿਰਿਆ ਵਿੱਚ ਸਾਨੂੰ ਇੱਕ ਬੋਤਲ ਚਾਹੀਦੀ ਹੈ ਅਤੇ ਇੱਕ ਕੋਕ ਨੂੰ ਗਰਮ ਕਰਕੇ ਉਸ ਨੂੰ ਬੋਤਲ ਦੇ ਤਲੇ ਤੋਂ ਥੋੜ੍ਹੀ ਉੱਚੀ ਜਾ ਕੇ ਇਨਸਰਟ ਕਰਨਾ ਹੈ। ਧਿਆਨ ਰਹੇ ਲੀਕੇਜ ਨਹੀਂ ਹੋਣੀ ਚਾਹੀਦੀ। ਅਤੇ ਇੱਕ ਗੁਬਾਰਾ ਬੰਨੋ। ਪਾਣੀ ਪਾਉਣ 'ਤੇ ਗੁਬਾਰਾ ਫਿਰ ਫੁੱਲੇਗਾ, ਭਾਵ ਦਰਵ ਬਰਤਨ ਦੀਆਂ ਦੀਵਾਰਾਂ ਉੱਤੇ ਦਾਬ ਪਾਉਂਦਾ ਹੈ। ਨੈਕਸਟ ਅਸੀਂ ਕਿਰਿਆ ਕਰਾਂਗੇ ਕਿ ਉਚਾਈ ਤੋਂ ਕਿੰਨਾ ਦਾਬ ਜਿਹੜਾ ਹੈ ਪੈਂਦਾ ਹੈ। ਇੱਕ ਬੋਤਲ ਵਿੱਚ 3 ਸੁਰਾਖ ਕਰੋ ਸਮਾਨ ਡੂੰਘਾਈ 'ਤੇ। ਤੁਸੀਂ ਦੇਖੋਗੇ ਕਿ ਦੀਵਾਰਾਂ ਉੱਤੇ ਸਮਾਨ ਡੂੰਘਾਈ 'ਤੇ ਸਮਾਨ ਦਾਬ ਪੈਂਦਾ ਹੈ, ਭਾਵ ਇਕੁਅਲ ਪ੍ਰੈਸ਼ਰ ਐਗਜ਼ਰਟਡ ਐਟ ਦਾ ਸੇਮ ਡੈਪਥ। ਇਹ ਸੀ ਲਿਕੁਇਡਸ ਦੀ ਗੱਲ। ਗੈਸ ਦੀ ਗੱਲ ਕਰਦੇ ਹਾਂ। ਇਸ ਸਰਿੰਜ ਵਿੱਚ ਦੇਖੋ ਗੈਸ ਭਰੀ ਹੋਈ ਹੈ। ਇਹਦੀ ਟਿਪ 'ਤੇ ਜਦੋਂ ਅਸੀਂ ਇੱਕ ਗੁਬਾਰਾ ਬੰਨਾਂਗੇ, ਪੰਪ ਕਰਨ 'ਤੇ ਗੁਬਾਰਾ ਫੁੱਲ ਜਾਏਗਾ। ਪਰ ਜੇਕਰ ਟਿਪ 'ਤੇ ਗੁਬਾਰੇ ਨੂੰ ਚੰਗੀ ਤਰ੍ਹਾਂ ਨਾ ਬੰਨਿਆ ਹੋਇਆ ਤਾਂ ਹਵਾ ਜਿਹੜੀ ਹੈ ਇਸ ਟਿਪ ਤੋਂ ਬਾਹਰ ਆਏਗੀ ਅਤੇ ਹਵਾ ਆਪਣਾ ਪੂਰਾ ਦਾਬ ਜਿਹੜਾ ਗੁਬਾਰੇ 'ਤੇ ਨਹੀਂ ਪਾਉਂਦੀ ਅਤੇ ਗੁਬਾਰਾ ਨਹੀਂ ਫੁੱਲੇਗਾ। ਇਸ ਚੈਪਟਰ ਦਾ ਲਾਸਟ ਟੌਪਿਕ ਹੈ ਬੇਟਾ ਐਟਮੋਸਫੇਰਿਕ ਪ੍ਰੈਸ਼ਰ, ਵਾਯੂਮੰਡਲੀ ਦਾਬ। ਪ੍ਰੈਸ਼ਰ ਐਗਜ਼ਰਟਡ ਬਾਏ ਦਾ ਐਟਮੋਸਫੇਅਰ ਇਜ਼ ਕਾਲਡ ਐਟਮੋਸਫੇਰਿਕ ਪ੍ਰੈਸ਼ਰ। ਬੇਟਾ ਸਾਡੇ ਚਾਰੇ ਪਾਸੇ ਹਵਾ ਦਾ ਘੇਰਾ ਬਣਿਆ ਹੋਇਆ ਹੈ ਅਤੇ ਹਵਾ ਜਿਹੜੀ ਹੈ, ਹਵਾ ਦੇ ਇਸ ਘੇਰੇ ਨੂੰ ਅਸੀਂ ਕੀ ਕਹਿੰਦੇ ਹਾਂ, ਵਾਯੂਮੰਡਲ। ਅਤੇ ਵਾਯੂਮੰਡਲੀ ਹਵਾ ਜਿਹੜੀ ਹੈ ਧਰਤੀ ਤੋਂ ਕਈ ਕਿਲੋਮੀਟਰ ਉੱਤੇ ਤੱਕ ਫੈਲੀ ਹੁੰਦੀ ਹੈ ਬੇਟਾ। ਅਤੇ ਇਸ ਹਵਾ ਦੁਆਰਾ ਲਾਏ ਗਏ ਦਾਬ ਨੂੰ ਅਸੀਂ ਕੀ ਕਹਿੰਦੇ ਹਾਂ, ਵਾਯੂਮੰਡਲੀ ਦਾਬ, ਐਟਮੋਸਫੇਰਿਕ ਪ੍ਰੈਸ਼ਰ। ਅਤੇ ਬੇਟਾ ਐਟਮੋਸਫੇਰਿਕ ਪ੍ਰੈਸ਼ਰ ਕਰਕੇ, ਵਾਯੂਮੰਡਲੀ ਦਾਬ ਕਰਕੇ ਹੀ ਕਈ ਸਾਰੇ ਪ੍ਰੋਸੈਸਿਸ ਜੋ ਅਸੀਂ ਡੇਲੀ ਲਾਈਫ 'ਚ ਦੇਖਦੇ ਹਾਂ ਉਹ ਪੋਸੀਬਲ ਹੈ। ਜਿਵੇਂ ਤੁਸੀਂ ਸਟਰੋ ਦੁਆਰਾ ਪਾਣੀ ਜਾਂ ਕੋਲਡ ਡਰਿੰਕ ਪੀਂਦੇ ਹੋ, ਠੀਕ ਹੈ। ਲੈਬ ਵਿੱਚ ਤੁਸੀਂ ਸਰਿੰਜ ਜਾਂ ਡਰੋਪਰ ਯੂਜ਼ ਕਰਦੇ ਹੋ। ਉਹ ਬੇਟਾ ਸਾਰੀਆਂ ਐਪਲੀਕੇਸ਼ਨਸ
ਐਟਮੋਸਫੇਰਿਕ ਪ੍ਰੈਸ਼ਰ ਕਰਕੇ ਹੀ ਪੋਸੀਬਲ ਹੈ। ਤੁਸੀਂ ਦੇਖਦੇ ਹੋਵੋਗੇ ਕਿ ਸਰਿੰਜ ਵਿੱਚ ਜਦੋਂ ਅਸੀਂ ਪਾਣੀ ਭਰਦੇ ਹਾਂ, ਠੀਕ ਹੈ, ਤੇ ਉਹ ਵੀ ਬੇਟਾ ਇਸੇ ਕਰਕੇ ਹੀ ਪੋਸੀਬਲ ਹੈ। ਆਓ ਇੱਕ ਕਿਰਿਆ ਰਾਹੀਂ ਐਟਮੋਸਫੇਰਿਕ ਪ੍ਰੈਸ਼ਰ ਨੂੰ ਇੱਕ ਸਮਝਦੇ ਸੋਡਾ ਹਾਂ। ਬੋਟਲ, ਪਾਣੀ ਅਤੇ ਕੁਝ ਕਲੇ ਦੀ ਜ਼ਰੂਰਤ ਹੈ। ਬੋਟਲ ਨੂੰ ਹਾਫ ਵਾਟਰ ਨਾਲ ਫਿਲ ਕਰੋ ਅਤੇ ਦੋਨੋਂ ਸਟ੍ਰੋ ਡਿਪ ਕਰੋ। ਬੋਟਲ ਦਾ ਮੂੰਹ ਕਲੇ ਨਾਲ ਬੰਦ ਕਰ ਦਿਓ ਤਾਂ ਜੋ ਹਵਾ ਜੋ ਹੈ ਬੋਤਲ ਵਿੱਚ ਐਂਟਰ ਨਾ ਹੋ ਸਕੇ। ਇੱਕ ਸਟ੍ਰੋ ਓਪਨ ਰਹਿਣ ਦਿਓ ਅਤੇ ਦੂਸਰੇ ਸਟ੍ਰੋ ਤੋਂ ਪਾਣੀ ਨੂੰ ਸਕ ਕਰਨ ਦੀ ਕੋਸ਼ਿਸ਼ ਕਰੋ। ਤੁਸੀਂ ਦੇਖੋਗੇ ਪਾਣੀ ਜਿਹੜਾ ਹੈ ਉਹ ਉੱਪਰ ਨੂੰ ਮੂਵ ਕਰੇਗਾ ਤਾਂ ਤੁਸੀਂ ਪਾਣੀ ਪੀ ਸਕਦੇ ਹੋ। ਬਟ ਜਦੋਂ ਦੂਸਰੀ ਪਾਈਪ ਨੂੰ ਤੁਸੀਂ ਬੰਦ ਕਰਦੇ ਹੋ, ਪਾਣੀ ਪੀਣ ਦੀ ਕੋਸ਼ਿਸ਼ ਕਰੋ, ਤੁਸੀਂ ਪਾਣੀ ਨਹੀਂ ਪੀ ਸਕਦੇ, ਪਾਣੀ ਉੱਤੇ ਨੂੰ ਨਹੀਂ ਜਾਏਗਾ। ਕਿਉਂ? ਕਿਉਂਕਿ ਫਸਟ ਕੇਸ ਵਿੱਚ ਜਦੋਂ ਪਾਈਪ ਓਪਨ ਸੀ ਤਾਂ ਐਟਮੋਸਫੇਰਿਕ ਪ੍ਰੈਸ਼ਰ ਜਿਹੜਾ ਹੈ ਉਹ ਨੀਚੇ ਦੀ ਤਰਫ ਵੱਧ ਹੈ ਅਤੇ ਪਾਈਪ 'ਚ ਘੱਟ ਹੈ ਤਾਂ ਪਾਣੀ ਉੱਤੇ ਵੱਲ ਨੂੰ ਮੂਵ ਕੀਤਾ। ਜਦ ਕਿ ਦੂਸਰੇ ਕੇਸ ਵਿੱਚ ਜਦੋਂ ਅਸੀਂ ਸਟ੍ਰੋ ਨੂੰ ਬੰਦ ਕੀਤਾ ਸੀ, ਉਸ ਵਿੱਚ ਐਟਮੋਸਫੇਰਿਕ ਪ੍ਰੈਸ਼ਰ ਨਾ ਹੋਣ ਕਰਕੇ ਉਸਦੇ ਐਟਮੋਸਫੇਰਿਕ ਪ੍ਰੈਸ਼ਰ ਨੇ ਕੰਮ ਨਹੀਂ ਕੀਤਾ ਅਤੇ ਪਾਣੀ ਜੋ ਹੈ ਉਹ ਉੱਪਰ ਵੱਲ ਨੂੰ ਨਹੀਂ ਗਿਆ। ਬੇਸ਼ੱਕ ਪਾਈਪ ਦੇ ਅੰਦਰ ਐਟਮੋਸਫੇਰਿਕ ਪ੍ਰੈਸ਼ਰ ਘੱਟ ਸੀ। ਆਓ ਬੱਚਿਓ ਹੁਣ ਦੇਖੀਏ ਅਸੀਂ ਇਸ ਪਾਠ ਵਿੱਚ ਕੀ ਸਿੱਖਿਆ। ਸਭ ਤੋਂ ਪਹਿਲਾਂ ਦੇਖੋ ਬੇਟਾ, ਬਲ ਕੀ ਹੈ? ਧੱਕਣਾ ਜਾਂ ਖਿੱਚਣਾ। ਅਸੀਂ ਪੜ੍ਹਿਆ ਸੀ ਕਿ ਬਲ ਉਦੋਂ ਹੀ ਕਾਰਜ ਕਰਦਾ ਹੈ ਜਦੋਂ ਕਿਸੇ ਚੀਜ਼ ਨੂੰ ਧੱਕਦੇ ਹਾਂ ਜਾਂ ਖਿੱਚਦੇ ਹਾਂ। ਸੈਕਿੰਡ ਹੈ ਬੇਟਾ, ਬਲ ਦੀ ਮਾਤਰਾ ਅਤੇ ਦਿਸ਼ਾ ਦੋਵੇਂ ਹੁੰਦੇ ਹਨ। ਅਸੀਂ 3 ਐਗਜ਼ਾਮਪਲ ਲੈ ਕੇ ਪੜ੍ਹਿਆ ਸੀ ਕਿ ਬਲ ਦੀ ਮਾਤਰਾ ਅਤੇ ਦਿਸ਼ਾ ਜਿਹੜਾ ਹੈ ਉਹ ਕਿਸ ਤਰ੍ਹਾਂ ਰਿਸਪੋਂਸੀਬਲ ਹੈ ਕਿਸੇ ਕਾਰਜ ਨੂੰ ਕਰਨ ਵਿੱਚ। ਤੀਸਰਾ ਪੁਆਇੰਟ ਹੈ ਬੇਟਾ, ਬਲ ਵਸਤੂ ਦੀ ਗਤੀ ਦੀ ਅਵਸਥਾ ਜਾਂ ਉਸ ਦੀ ਬਣਾਵਟ ਵਿੱਚ ਪਰਿਵਰਤਨ ਕਰ ਸਕਦਾ ਹੈ। ਹਾਂ, ਅਸੀਂ ਪੜ੍ਹਿਆ ਸੀ ਬੇਟਾ ਕਿ ਕਿਵੇਂ ਬਲ ਜਿਹੜਾ ਹੈ ਕਿਸੇ ਚੀਜ਼ ਦੀ ਗਤੀ ਵਿੱਚ, ਜਿਵੇਂ ਫੁੱਟਬਾਲ 'ਚ ਖੇਡਦੇ ਸਮੇਂ ਫੁੱਟਬਾਲ ਦੀ ਦਿਸ਼ਾ, ਹਾਕੀ ਖੇਡਦੇ ਸਮੇਂ ਹਾਕੀ ਬਾਲ ਦੀ ਦਿਸ਼ਾ ਵਿੱਚ ਪਰਿਵਰਤਨ ਕਰਦਾ ਹੈ। ਅਤੇ ਦੂਸਰੀ ਤਰਫ ਉਸ ਦੀ ਬਣਾਵਟ, ਜਿੱਦਾਂ ਬਾਲ ਨੂੰ ਪ੍ਰੈਸ ਕੀਤਾ ਸੀ ਉਸਦੀ ਸ਼ੇਪ ਚੇਂਜ ਹੁੰਦੀ ਹੈ। ਅਤੇ ਬੇਟਾ ਇਹ ਸੀ ਕਿ ਬਲ ਜਿਹੜਾ ਹੈ ਉਹ ਕਿੱਦਾਂ ਇਫੈਕਟ ਕਰਦਾ ਹੈ ਕਿਸੇ ਚੀਜ਼ ਨੂੰ। ਉਸ ਤੋਂ ਬਾਅਦ ਅਸੀਂ ਪੜ੍ਹਿਆ ਬੇਟਾ ਸੰਪਰਕ ਅਤੇ ਅਸੰਪਰਕ ਬਲ ਬਾਰੇ, ਕਿ ਜਦੋਂ ਕਿਸੇ ਵਸਤੂ 'ਤੇ ਲੱਗਣ ਵਾਲਾ ਬਲ ਉਸ ਦੇ ਨਾਲ ਸੰਪਰਕ ਵਿੱਚ ਆਉਣ 'ਤੇ ਲੱਗਦਾ ਹੈ ਉਸ ਨੂੰ ਸੰਪਰਕ ਬਲ ਕਹਿੰਦੇ ਹਾਂ, ਅਤੇ ਜਦੋਂ ਸੰਪਰਕ ਵਿੱਚ ਆਏ ਬਗੈਰ ਬਲ ਲੱਗਦਾ ਹੈ ਤਾਂ ਉਸ ਨੂੰ ਅਸੀਂ ਅਸੰਪਰਕ ਬਲ ਕਹਿੰਦੇ ਹਾਂ। ਉਸ ਤੋਂ ਬਾਅਦ ਅਸੀਂ ਬੇਟਾ ਪੜ੍ਹਿਆ ਪ੍ਰੈਸ਼ਰ। ਪ੍ਰੈਸ਼ਰ ਕੀ ਸੀ? ਪ੍ਰਤੀ ਇਕਾਈ ਖੇਤਰਫਲ ਉੱਤੇ ਲੱਗਣ ਵਾਲੇ ਬਲ ਨੂੰ ਕੀ ਕਹਿੰਦੇ ਹੈ? ਦਾਬ ਕਹਿੰਦੇ ਹੈ। ਅਤੇ ਬੇਟਾ ਦਾਬ ਜਿਹੜਾ ਹੈ ਉਹ ਅਸੀਂ ਪੜ੍ਹਿਆ ਕਿ ਕਿਵੇਂ ਠੋਸ, ਦਰਵ ਅਤੇ ਗੈਸਾਂ 'ਤੇ ਲੱਗਦਾ ਹੈ, ਅਤੇ ਇਹਨਾਂ ਦੇ ਬਾਰੇ ਅਸੀਂ ਕਿਰਿਆ ਕਰਕੇ ਵੀ ਸਮਝਿਆ। ਠੋਸ ਬਾਰੇ ਵੀ ਕਿਰਿਆ ਕੀਤੀ ਅਸੀਂ। ਅਤੇ ਨੈਕਸਟ ਹੈ ਬੇਟਾ, ਦਰਵਾਂ ਅਤੇ ਗੈਸਾਂ ਬਰਤਨ ਦੀਆਂ ਦੀਵਾਰਾਂ 'ਤੇ ਦਾਬ ਪਾਉਂਦੇ ਹਨ। ਸਹੀ ਗੱਲ ਅਸੀਂ ਪੜ੍ਹਿਆ ਸੀ ਕਿ ਦਰਵ ਲਿਕੁਇਡ ਜਿਹੜੇ ਹੈ ਉਹ ਔਨ ਦਾ ਬੇਸ ਆਫ ਦਾ ਕੰਟੇਨਰ, ਔਨ ਦੀ ਵਾਲ ਆਫ ਦੀ ਕੰਟੇਨਰ ਕੀ ਕਰਦੇ ਹੈ? ਦਾਬ ਪਾਉਂਦੇ ਹੈ। ਉਸੇ ਤਰ੍ਹਾਂ ਬੇਟਾ ਅਸੀਂ ਗੈਸ ਬਾਰੇ ਵੀ ਪੜ੍ਹਿਆ ਕਿ ਗੈਸ ਵੀ ਕਰਦੀ ਹੈ ਬਰਤਨ ਦੀਆਂ ਦੀਵਾਰਾਂ 'ਤੇ ਦਾਬ ਪਾਉਂਦੀ ਹੈ। ਜਿਵੇਂ ਤੁਸੀਂ ਗੈਸ ਨੂੰ ਇੱਕ ਸਰਿੰਜ ਵਿੱਚ ਫਿਲ ਕਰਕੇ ਅਤੇ ਉਸਨੂੰ ਗੁਬਾਰਾ ਬਣ ਕੇ ਜਦੋਂ ਤੁਸੀਂ ਪ੍ਰੈਸ ਕਰਦੇ ਸੀ ਤਾਂ ਗੁਬਾਰਾ ਕੀ ਕਰਦਾ ਸੀ? ਫੁੱਲਿਆ ਜਾਂਦਾ ਸੀ। ਇਹ ਸਾਰੀਆਂ ਐਗਜ਼ਾਮਪਲ ਬੇਟਾ ਅਸੀਂ ਕੀਤੀਆਂ ਇਸ ਚੈਪਟਰ ਵਿੱਚ। ਉਸ ਤੋਂ ਬਾਅਦ ਬੇਟਾ ਜਿਹੜਾ ਅਸੀਂ ਲਾਸਟ ਪੜ੍ਹਿਆ, ਸਾਡੇ ਚੌਹਾਂ ਪਾਸਿਆਂ ਦੀ ਹਵਾ ਦੁਆਰਾ ਲਾਏ ਗਏ ਬਲ ਨੂੰ, ਭਾਵ ਜਿਹੜੇ ਸਾਡੇ ਵਾਯੂਮੰਡਲ ਹੈ, ਸਾਡੇ ਚੌਰੇ ਪਾਸੇ ਹਵਾ ਹੈ, ਅਤੇ ਬੇਟਾ ਹਵਾ ਨੂੰ ਜਿਹੜਾ ਹੈ ਉਸਦੇ ਘੇਰੇ ਨੂੰ ਕੀ ਕਹਿੰਦੇ ਹਾਂ? ਵਾਯੂਮੰਡਲ ਕਹਿੰਦੇ ਹਾਂ। ਅਤੇ ਇਸ ਦੁਆਰਾ ਜਿਹੜਾ ਦਾਬ ਲੱਗਦਾ ਹੈ ਉਸਨੂੰ ਅਸੀਂ ਕੀ ਕਹਿੰਦੇ ਹਾਂ? ਵਾਯੂਮੰਡਲੀ ਦਾਬ। ਅਤੇ ਬੇਟਾ ਵਾਯੂਮੰਡਲੀ ਦਾਬ ਜਿਹੜਾ ਹੈ ਉਹ ਅਸੀਂ ਪੜ੍ਹਿਆ ਕਿੱਦਾਂ ਜਿਹੜੀਆਂ ਐਪਲੀਕੇਸ਼ਨਸ ਹੈ, ਜੋ ਜਿੱਦਾਂ ਅਸੀਂ ਸਟ੍ਰੋ ਦੁਆਰਾ ਪਾਣੀ ਪੀਤਾ, ਜਾਂ ਅਸੀਂ ਸਰਿੰਜ ਵਿੱਚ ਪਾਣੀ ਭਰਦੇ ਹਾਂ, ਜਾਂ ਅਸੀਂ ਡਰੋਪਰ ਯੂਜ਼ ਕਰਦੇ ਹਾਂ ਲੈਬ ਵਿੱਚ, ਉਹਦੇ ਵਿੱਚ ਜਦੋਂ ਅਸੀਂ ਪਾਣੀ ਭਰਦੇ ਹਾਂ, ਅਤੇ ਇਹ ਸਾਰੇ ਬੇਟਾ ਕਿਸ ਕਰਕੇ ਪੋਸੀਬਲ ਹੈ? ਵਾਯੂਮੰਡਲੀ ਦਾਬ ਕਰਕੇ ਹੀ। ਅਤੇ ਇਹ ਸੀ ਬੇਟਾ ਸਾਡਾ ਅੱਜ ਦਾ ਟੌਪਿਕ, ਫੋਰਸ ਐਂਡ ਪ੍ਰੈਸ਼ਰ। ਮੈਨੂੰ ਆਸ ਹੈ
ਕਿ ਤੁਹਾਨੂੰ ਇਸ ਚੈਪਟਰ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਅਤੇ ਤੁਸੀਂ ਇਸ ਨੂੰ ਵਧੀਆ ਤਰੀਕੇ ਨਾਲ ਜੋ ਹੈ ਰਿਵਾਈਜ਼